गुड मॉर्निंग स्टूडेंट्स। ਅੱਜ ਆਪਾਂ ਪਾਠ 8ਵਾਂ ਕਰਾਂਗੇ 7ਵੀਂ ਕਲਾਸ ਨਵੇਂ ਰਾਜ ਤੇ ਰਾਜੇ। ਪਿਛਲੇ ਚੈਪਟਰ ਦੇ ਵਿੱਚ ਆਪਾਂ ਮੱਧਕਾਲੀਨ ਯੁੱਗ ਬਾਰੇ ਪੜ੍ਹਿਆ ਸੀ, ਉਹਨਾਂ ਦੀ ਸਮਾਜਿਕ, ਰਾਜਨੀਤਿਕ ਤੇ ਆਰਥਿਕ ਸਥਿਤੀਆਂ ਤੇ ਢਾਂਚੇ ਬਾਰੇ ਪੜ੍ਹਿਆ ਸੀ। ਇਹ ਦੇਖਿਆ ਸੀ ਕਿ ਇਤਿਹਾਸਿਕ ਸਰੋਤ ਕੀ ਹੁੰਦੇ ਹਨ ਅਤੇ ਸਾਹਿਤਿਕ ਸਰੋਤ ਕੀ ਹਨ। ਇਸ ਚੈਪਟਰ ਦੇ ਵਿੱਚ ਆਪਾਂ ਰਾਜ ਤੇ ਰਾਜੇ ਬਾਰੇ ਪੜਾਂਗੇ, ਜਿਹਦੇ ਵਿੱਚ ਗੁਰਜਰ ਪ੍ਰਤਿਹਾਰ, ਪਾਲ, ਗਜਨਵੀ, ਰਾਜਪੂਤ, ਗੌਰੀ, ਇਹਨਾਂ ਸਾਰਿਆਂ ਬਾਰੇ, ਰਾਜਾਂ ਬਾਰੇ ਆਪਾਂ ਗੱਲ ਕਰਾਂਗੇ। ਮੁੱਢਲੇ ਮੱਧਕਾਲੀਨ ਯੁੱਗ, ਦੇਖੋ ਇਹ ਮੱਧਕਾਲੀਨ ਯੁੱਗ ਜਿਹੜਾ ਦੱਸਿਆ ਹੈ ਵੈਸੇ ਹੁੰਦਾ ਹੈ ਇਹ 8ਵੀਂ ਤੋਂ 18ਵੀਂ ਸਦੀ ਤੱਕ, ਪਰ ਜਿਹੜਾ ਮੁੱਢਲਾ ਮੱਧਕਾਲੀਨ ਯੁੱਗ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਉਹ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ, ਮੁੱਢਲਾ ਮੱਧਕਾਲੀਨ ਯੁੱਗ ਅਤੇ ਉੱਤਰ ਮੱਧਕਾਲੀਨ ਯੁੱਗ। 8ਵੀਂ ਤੋਂ 13ਵੀਂ ਸਦੀ ਤੱਕ ਮੁੱਢਲਾ ਮੱਧਕਾਲੀਨ ਯੁੱਗ ਤੇ 13ਵੀਂ ਤੋਂ 18ਵੀਂ ਤੱਕ ਉੱਤਰ ਮੱਧਕਾਲੀਨ ਯੁੱਗ। ਅੱਜ ਆਪਾਂ ਗੱਲ ਕਰਾਂਗੇ 8ਵੀਂ ਤੋਂ 13ਵੀਂ ਸਦੀ ਦੇ ਮੱਧਕਾਲੀਨ ਯੁੱਗ ਬਾਰੇ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਉੱਤਰ ਅਤੇ ਦੱਖਣੀ ਭਾਗਾਂ ਵਿੱਚ ਬਹੁਤ ਸਾਰੇ ਨਵੇਂ ਰਾਜਾਂ ਦਾ ਉਤਥਾਨ ਹੋਇਆ। ਉਸ ਸਮੇਂ ਉੱਤਰੀ ਭਾਰਤ ਵਿੱਚ ਗੁਰਜਰ ਪ੍ਰਤਿਹਾਰ, ਪਾਲ, ਰਾਜਪੂਤ, ਗਜਨਵੀ ਅਤੇ ਗੌਰੀ ਰਾਜ ਸਥਾਪਿਤ ਸਨ। ਦੱਖਣ ਵਿੱਚ ਰਾਸ਼ਟਰਕੂਟ ਰਾਜ ਕਰਦੇ ਸਨ। ਇੱਥੇ ਹੋਰ ਵੀ ਬਹੁਤ ਸਾਰੇ ਛੋਟੇ-ਛੋਟੇ ਰਾਜ ਸਨ। ਦੱਖਣ ਵਿੱਚ ਪੱਲਵ, ਪਾਂਡਿਆ ਅਤੇ ਚੌਲ ਰਾਜ ਸਥਾਪਿਤ ਸਨ। ਇੱਥੇ ਤੁਸੀਂ ਪੁੱਛ ਸਕਦੇ ਹੋ ਜਾਂ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਦੱਖਣ ਵਿੱਚ ਕਿਹਦਾ ਰਾਜ ਸੀ, ਤੁਸੀਂ ਕਹੋਗੇ ਰਾਸ਼ਟਰਕੂਟ। ਫਿਰ ਹੈ ਕਨੌਜ ਲਈ ਸੰਘਰਸ਼। ਰਾਜਾ ਹਰਸ਼ਵਰਧਨ ਦੀ ਰਾਜਧਾਨੀ ਕਨੌਜ ਸੀ। ਕਨੌਜ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਜਿਹੜਾ ਵੀ ਕਨੌਜ ਉੱਤੇ ਕਬਜ਼ਾ ਕਰ ਲੈਂਦਾ ਸੀ ਉਹ ਸਾਰੀ ਗੰਗਾ ਵਾਦੀ ਤੇ ਕਬਜ਼ਾ ਕਰ ਸਕਦਾ ਸੀ। ਲਾਈਨ ਟਿਕ ਕਰ ਲਓ। ਸਿੱਟੇ ਵਜੋਂ ਤਿੰਨ ਸ਼ਕਤੀਆਂ ਪਾਲ, ਗੁਰਜਰ ਪ੍ਰਤਿਹਾਰ ਅਤੇ ਰਾਸ਼ਟਰਕੂਟ ਸ਼ਾਸਕਾਂ ਵਿਚਕਾਰ ਕਨੌਜ ਲਈ ਸੰਘਰਸ਼ ਸ਼ੁਰੂ ਹੋ ਗਿਆ। ਇਹ ਸੰਘਰਸ਼ ਲਗਭਗ 200 ਸਾਲਾਂ ਤੱਕ ਚੱਲਦਾ ਰਿਹਾ ਤੇ ਇਸ ਨੂੰ ਤ੍ਰੈ ਪੱਖੀ ਸੰਘਰਸ਼ ਵੀ ਕਿਹਾ ਜਾਂਦਾ ਸੀ, ਕਿਉਂਕਿ ਤ੍ਰੈ ਮਤਲਬ ਤਿੰਨ ਵੰਸ਼ਾਂ ਤੋਂ ਇਸ ਯੁੱਧ ਨੇ ਕਮਜ਼ੋਰ ਵੀ ਕਰ ਦਿੱਤਾ, ਕਿਉਂਕਿ ਜਦੋਂ ਲੜਾਈ ਹੁੰਦੀ ਹੈ ਤਾਂ ਪੈਸਾ ਬਹੁਤ ਲੱਗਦਾ ਹੈ। ਫਿਰ ਰਾਜਪੂਤਾਂ ਬਾਰੇ ਦੇਖਦੇ ਹਾਂ ਆਪਾਂ। ਰਾਜਾ ਹਰਸ਼ਵਰਧਨ ਦੀ ਮੌਤ ਪਿੱਛੋਂ ਬਹੁਤ ਸਾਰੇ ਵੱਡੇ ਅਤੇ ਛੋਟੇ ਰਾਜਾਂ ਵਿੱਚ ਦੇਸ਼ ਵੰਡਿਆ ਗਿਆ। ਇਹਨਾਂ ਵਿੱਚੋਂ ਬਹੁਤ ਸਾਰੇ ਰਾਜਾਂ ਤੇ ਰਾਜਪੂਤਾਂ ਦਾ ਰਾਜ ਸੀ। ਉਹ ਆਪਸ ਵਿੱਚ ਲੜਦੇ ਰਹਿੰਦੇ ਸਨ, ਇਸ ਕਰਕੇ ਬਹੁਤ ਗਿਣਤੀ ਵਿੱਚ ਰਾਜ ਹੋਂਦ ਵਿੱਚ ਆਇਆ, ਖਤਮ ਹੋਏ ਅਤੇ ਦੁਬਾਰਾ ਸਥਾਪਿਤ ਹੋਏ। 8ਵੀਂ ਸਦੀ ਅਤੇ 13ਵੀਂ ਸਦੀ ਵਿਚਕਾਰ ਭਾਰਤ ਵਿੱਚ ਬਹੁਤ ਸਾਰੇ ਰਾਜਪੂਤ ਰਾਜ ਸਥਾਪਿਤ ਹੋਏ, ਇਸ ਕਰਕੇ ਇਸ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ। ਗੁਰਜਰ ਪ੍ਰਤਿਹਾਰ ਵੰਸ਼ ਬਾਰੇ ਜੇ ਗੱਲ ਕਰੀਏ, ਇਹ ਰਾਜਸਥਾਨ ਅਤੇ ਗੁਜਰਾਤ ਦੇ ਹਿੱਸਿਆਂ ਵਿੱਚ ਹੈ। ਇਸ ਲਾਈਨ ਨੂੰ ਟਿਕ ਕਰ ਲਓ, ਪਹਿਲੀ ਲਾਈਨ ਹੀ ਹੋਊਗੀ। ਨਾਗਾਭੱਟ ਪਹਿਲੇ ਨੇ 725 ਈਸਵੀ ਵਿੱਚ ਅਵੰਤੀ ਅਤੇ ਦੱਖਣੀ ਰਾਜਸਥਾਨ ਦੇ ਭਾਗਾਂ ਵਿੱਚ ਪ੍ਰਤਿਹਾਰ ਵੰਸ਼ ਦੀ ਸਥਾਪਨਾ ਕੀਤੀ। ਮਿਹੀਰ ਭੋਜ ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ। ਇਹ ਲਾਈਨ ਨੂੰ ਵੀ ਟਿਕ ਕਰੋ, ਲਰਨ ਕਰਨੀ ਹੈ ਇਹ ਲਾਈਨ। ਉਸ ਦੇ ਰਾਜਕਾਲ 836 ਤੋਂ 885 ਈਸਵੀ ਤੱਕ ਇਹ ਵੰਸ਼ ਆਪਣੀ ਚਰਮ ਸੀਮਾ ਤੇ ਸੀ। ਇਥੋਂ ਤੱਕ ਕਿ ਉਸ ਨੇ ਕਨੌਜ ਨੂੰ ਵੀ ਜਿੱਤ ਲਿਆ। ਉਸ ਦਾ ਪੁੱਤਰ ਮਹਿੰਦਰਪਾਲ ਉਸ ਦਾ ਉੱਤਰਾਧਿਕਾਰੀ ਬਣਿਆ, ਜਿਸ ਨੇ 885 ਤੋਂ 910 ਈਸਵੀ ਤੱਕ ਰਾਜ ਕੀਤਾ। ਪ੍ਰਤਿਹਾਰ ਸ਼ਾਸਕ ਰਾਜਪਾਲ ਨੇ 1018 ਤੋਂ 1019 ਤੱਕ ਮਹਿਮੂਦ ਗਜਨਵੀ ਦੀ ਅਧੀਨਤਾ ਸਵੀਕਾਰ ਕਰ ਲਈ। ਅਧੀਨਤਾ ਸਵੀਕਾਰ ਕਰ ਲਈ ਮਤਲਬ ਉਹਦੇ ਅੱਗੇ ਝੁਕ ਗਿਆ, ਇਸ ਲਈ ਉਹ ਰਾਜਪੂਤਾਂ ਹੱਥੋਂ ਮਾਰਿਆ ਗਿਆ। ਇਸ ਤਰ੍ਹਾਂ ਨਾਲ ਗੁਰਜਰ ਪ੍ਰਤਿਹਾਰ ਵੰਸ਼ ਦਾ ਅੰਤ ਹੋ ਗਿਆ। ਅੱਗੇ ਆਪਾਂ ਗੱਲ ਕਰਾਂਗੇ ਪਾਲ ਵੰਸ਼ ਬਾਰੇ। ਪਾਲ ਵੰਸ਼ ਸ਼ਾਸਕਾਂ ਨੇ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਖੇਤਰ ਵਿੱਚ ਸਥਾਪਿਤ ਕੀਤਾ ਜਾਂ ਉੱਥੇ ਰਾਜ ਕੀਤਾ। 750 ਈਸਵੀ ਵਿੱਚ ਗੋਪਾਲ, ਇਹ ਲਾਈਨ ਟਿਕ ਕਰੋ, ਗੋਪਾਲ ਨਾਮ ਆਪਾਂ ਅੱਗੇ ਮੈਚਿੰਗ ਦੇ ਵਿੱਚ ਜਾਂ ਬਲੈਂਕਸ ਦੇ ਵਿੱਚ ਪੜਾਂਗੇ। ਗੋਪਾਲ ਨੇ ਬੰਗਾਲ ਅਤੇ ਬਿਹਾਰ ਵਿੱਚ ਪਾਲ ਵੰਸ਼ ਦੀ ਸਥਾਪਨਾ ਕੀਤੀ। ਉਸ ਦਾ ਪੁੱਤਰ ਧਰਮਪਾਲ ਇਸ ਵੰਸ਼ ਦਾ ਸ਼ਕਤੀਸ਼ਾਲੀ ਰਾਜਾ ਸੀ। ਉਸ ਨੇ 770 ਤੋਂ 810 ਈਸਵੀ ਤੱਕ ਰਾਜ ਕੀਤਾ। ਉਸ ਨੇ ਬਹੁਤ ਸਾਰੇ ਇਲਾਕੇ ਜਿੱਤੇ ਅਤੇ ਆਪਣੇ ਰਾਜ ਨੂੰ ਸਾਮਰਾਜ ਵਿੱਚ ਤਬਦੀਲ ਕੀਤਾ। ਉਹ ਇੱਕ ਬੋਧੀ ਸੀ। ਉਸ ਨੇ ਵਿਕਰਮਸ਼ਿਲਾ ਵਿਹਾਰ ਦੀ ਸਥਾਪਨਾ ਕੀਤੀ, ਜੋ ਕਿ ਬਾਅਦ ਵਿੱਚ ਇੱਕ ਯੂਨੀਵਰਸਿਟੀ ਬਣ ਗਈ। ਇਸ ਲਾਈਨ ਨੂੰ ਵੀ ਟਿਕ ਕਰ ਲਓ। ਉਸ ਦਾ ਉੱਤਰਾਧਿਕਾਰੀ ਮਤਲਬ ਉਹ ਤੋਂ ਬਾਅਦ ਕੌਣ ਬਣਿਆ? ਦੇਵਪਾਲ ਬਣਿਆ। ਪਾਲ ਸ਼ਾਸਕਾਂ ਦੇ ਸ਼ਾਸਨ ਸਮੇਂ ਭਵਨ ਉਸਾਰੀ, ਚਿੱਤਰਕਾਰੀ, ਸਿੱਖਿਆ, ਸਾਹਿਤ ਇਹ ਬਹੁਤ ਉੱਨਤ ਹੋਏ। ਪਾਲ ਵੰਸ਼ ਦੇ ਸ਼ਾਸਕ ਬੁੱਧ ਧਰਮ ਦੇ ਅਨੁਯਾਈ ਸਨ। ਲਾਈਨ ਟਿਕ ਕਰ ਲਓ। ਇਹਦੇ ਵਿੱਚ ਤੁਸੀਂ ਹੁਣ ਮੇਨ ਚੀਜ਼ਾਂ ਕੀ ਕਰਨੀਆਂ ਹੈ, ਯਾਦ ਜੋ ਕਰਨੀ ਹੈ। ਪਾਲ ਵੰਸ਼ ਸ਼ਾਸਕਾਂ ਨੇ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਖੇਤਰ ਵਿੱਚ ਰਾਜ ਕੀਤਾ। ਗੋਪਾਲ ਨੇ ਇਸ ਦੀ ਸਥਾਪਨਾ ਕੀਤੀ। ਉਸ ਦਾ ਪੁੱਤਰ
ਧਰਮਪਾਲ ਸੀ ਜੋ ਕਿ ਬਹੁਤ ਸ਼ਕਤੀਸ਼ਾਲੀ ਸੀ। ਇਹ ਸਾਰੀਆਂ ਲਾਈਨਾਂ ਉਹਦੇ ਬਾਰੇ ਸੀ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਉਹ ਇੱਕ ਬੋਧੀ ਸੀ। ਵਿਕਰਮਸ਼ਿਲਾ ਨਾਮ ਦੀ ਇੱਕ ਵਿਹਾਰ ਨੂੰ ਸਥਾਪਿਤ ਕੀਤਾ ਜੋ ਯੂਨੀਵਰਸਿਟੀ ਬਣੀ। ਫਿਰ ਧਰਮਪਾਲ ਦਾ ਉੱਤਰਾਧਿਕਾਰੀ ਆਇਆ ਦੇਵਪਾਲ। ਠੀਕ ਹੈ ਜੀ। ਭਵਾਨੁਸਾਰੀ ਚਿੱਤਰਕਾਰੀ ਸਿੱਖਿਆ ਸਾਹਿਤ ਦਾ ਪ੍ਰਚਾਰ ਕੀਤਾ। ਬੁੱਧ ਧਰਮ ਦਾ ਅਨੁਆਈ ਸਨ ਸਾਰੇ ਹੀ। ਅੱਗੇ ਦੋ ਲਾਈਨਾਂ ਹੋਰ ਹੈ, ਯਾਦ ਰੱਖਣਾ ਬੇਟੇ ਤੁਸੀਂ। ਫੋਟੋ ਤੋਂ ਪੇਪਰ ਦੇ ਵਿੱਚ ਫੋਟੋ ਬਣੀ ਆਂਦੀ ਹੈ, ਪੁੱਛਿਆ ਜਾਂਦਾ ਹੈ ਕੀ ਹੈ। ਇਹ ਮਹਾਬੋਧੀ ਮੰਦਿਰ ਹੈ, ਬੋਧ ਗਿਆ ਵਿੱਚ ਬਣਿਆ ਹੋਇਆ ਹੈ, ਜੋ ਕਿ ਦੇਵਪਾਲ ਨੇ ਬਣਾਇਆ ਸੀ। ਦੇਵਪਾਲ ਕੌਣ ਸੀ? ਧਰਮਪਾਲ ਦਾ ਸ਼ਾਸਕ। ਤੇ ਧਰਮਪਾਲ ਕੌਣ ਸੀ? ਗੋਪਾਲ ਦਾ ਸ਼ਾਸਕ ਨਹੀਂ, ਸੌਰੀ, ਉੱਤਰਾਧਿਕਾਰੀ। ਅੱਗੇ ਹੈ, ਉਸ ਦੇ ਅਧੀਨ ਪਾਲ ਵੰਸ਼ ਨੇ ਦੱਖਣੀ ਪੂਰਬੀ ਏਸ਼ੀਆ ਨਾਲ ਵਪਾਰਕ ਸੰਬੰਧ ਵੀ ਸਥਾਪਿਤ ਕੀਤੇ। 12ਵੀਂ ਸਦੀ ਦੇ ਅਖੀਰ ਵਿੱਚ ਪਾਲ ਵੰਸ਼ ਦਾ ਅੰਤ ਹੋ ਗਿਆ। ਅੱਗੇ ਹੈ ਰਾਸ਼ਟਰਕੂਟ, ਜੋ ਮੈਂ ਤੁਹਾਨੂੰ ਦੱਸਿਆ ਸੀ ਕਿ ਦੱਖਣ ਵਿੱਚ ਹਨ। ਰਾਸ਼ਟਰਕੂਟ ਦੱਖਣ ਕਿਤੇ ਕ੍ਰਿਸ਼ਨਾ ਤੁੰਗਭਦਰਾ ਨਦੀਆਂ ਜਿਹੜੀਆਂ ਉਸ ਦੇ ਇਲਾਕੇ ਨੂੰ ਦੱਖਣ ਕਿਹਾ ਜਾਂਦਾ ਹੈ, ਉੱਥੇ ਰਾਸ਼ਟਰਕੂਟ ਰਾਜ ਕਰਦੇ ਸੀ। ਦੰਤੀ ਦੁਰਗ ਲਾਈਨ ਟਿਕ ਕਰਨੀ ਹੈ ਨੇ 742 ਈਸਵੀ ਵਿੱਚ ਵਰਤਮਾਨ ਮਹਾਰਾਸ਼ਟਰ ਜੋ ਅੱਜ ਮਹਾਰਾਸ਼ਟਰ ਹੈ ਉਹਦੇ ਵਿੱਚ ਰਾਜ ਸਥਾਪਿਤ ਕੀਤਾ। ਦੰਤੀ ਦੁਰਗ ਦੀ ਮੌਤ ਦੇ ਵਿੱਚੋਂ ਕ੍ਰਿਸ਼ਨ ਪਹਿਲਾ, ਗੋਵਿੰਦ ਦੂਜਾ, ਧਰੁਵ ਗੋਵਿੰਦ ਤੀਜਾ, ਅਮੋਘ ਵਰਸ਼ ਤੇ ਕ੍ਰਿਸ਼ਨ ਤੀਜਾ ਇਹਨਾਂ ਨੇ ਸ਼ਾਸਨ ਕੀਤਾ। ਸਾਰੇ ਨਾਮ ਲਰਨ ਕਰਨੇ ਜ਼ਰੂਰੀ ਨਹੀਂ, ਕੁਐਸਚਨਸ ਜਿਵੇਂ ਆਣਗੇ ਤੁਸੀਂ ਯਾਦ ਕਰ ਸਕਦੇ ਹੋ। ਉਹਨਾਂ ਨੇ ਦੱਖਣੀ ਭਾਰਤ ਵਿੱਚ ਚਾਲੁਕਿਆ ਅਤੇ ਪੱਲਵਾਂ ਨਾਲ ਯੁੱਧ ਲੜੇ। ਰਾਸ਼ਟਰਕੂਟ ਸ਼ਾਸਕਾਂ ਨੇ ਕਨੌਜ ਤੇ ਕਬਜ਼ਾ ਕਰਨ ਲਈ ਪਾਲ ਅਤੇ ਪ੍ਰਤਿਹਾਰ ਸ਼ਾਸਕਾਂ ਨਾਲ ਸੰਘਰਸ਼ ਕੀਤਾ। ਰਾਸ਼ਟਰਕੂਟ ਸ਼ਾਸਕ ਧਰੁਵ ਨੇ ਪ੍ਰਤਿਹਾਰ ਸ਼ਾਸਕ ਵਤਸਰਾਜ ਨੂੰ ਹਰਾਇਆ, ਪਰੰਤੂ ਧਰੁਵ ਕਨੌਜ ਨੂੰ ਲੰਬੇ ਸਮੇਂ ਤੱਕ ਆਪਣੇ ਕਬਜ਼ੇ ਵਿੱਚ ਨਾ ਰੱਖ ਸਕਿਆ ਕਿਉਂਕਿ ਉਸ ਦਾ ਧਿਆਨ ਉੱਤਰੀ ਭਾਰਤ ਵੱਲ ਲੱਗਾ ਹੋਇਆ ਸੀ। ਕ੍ਰਿਸ਼ਨ ਤੀਜੇ ਦੀ ਮੌਤ ਪਿੱਛੋਂ ਰਾਸ਼ਟਰਕੂਟ ਵੰਸ਼ ਦਾ ਅੰਤ ਹੋ ਗਿਆ। ਰਾਸ਼ਟਰਕੂਟ ਸ਼ਾਸਕ ਕਲਾ ਅਤੇ ਸਿੱਖਿਆ ਦੇ ਸਰਪ੍ਰਸਤ ਸਨ। ਇਹ ਲਾਈਨ ਨੂੰ ਟਿਕ ਕਰੋ। ਕ੍ਰਿਸ਼ਨ ਪਹਿਲੇ ਸ਼ਾਸਕ ਨੇ ਅਲੋਰਾ ਵਿਖੇ ਕੈਲਾਸ਼ ਮੰਦਿਰ ਬਣਵਾਇਆ। ਦੇਖੋ ਫੋਟੋ ਜਿਹੜੀ ਬਣੀ ਹੋਈ ਹੈ ਕੈਲਾਸ਼ ਮੰਦਿਰ ਦੀ ਹੈ, ਅਲੋਰਾ ਕੇਵਸ ਜਿਹਨੂੰ ਆਪਾਂ ਬੋਲਦੇ ਹਾਂ। ਅਮੋਘ ਵਰਸ਼ ਸ਼ਾਸਕ ਇੱਕ ਮਹਾਨ ਕਵੀ ਸੀ। ਰਾਸ਼ਟਰਕੂਟ ਸ਼ਾਸਕਾਂ ਦੇ ਦੂਜੇ ਦੇਸ਼ਾਂ ਨਾਲ ਵਪਾਰਕ ਸੰਬੰਧ ਬਹੁਤ ਵਧੀਆ ਸਨ। ਮੁੱਢਲੇ ਮੱਧਕਾਲੀਨ ਯੁੱਗ ਦੌਰਾਨ ਹਿੰਦੂ ਧਰਮ ਬਹੁਤ ਮਸ਼ਹੂਰ ਸੀ। ਆਪਾਂ ਜਿਹੜਾ ਪਹਿਲਾਂ ਕੀਤਾ ਸੀ ਪਾਲ ਦਾ, ਉੱਥੇ ਬੁੱਧ ਧਰਮ ਕੀਤਾ ਸੀ। ਰਾਸ਼ਟਰਕੂਟ ਦੇ ਵਿੱਚ ਹਿੰਦੂ ਧਰਮ ਬਹੁਤ ਮਸ਼ਹੂਰ ਸੀ। ਰਾਸ਼ਟਰਕੂਟ ਸ਼ਾਸਕਾਂ ਨੇ ਸ਼ੈਵ ਧਰਮ ਅਤੇ ਵੈਸ਼ਨਵ ਧਰਮ ਦੀ ਵੀ ਸਰਪ੍ਰਸਤੀ ਕੀਤੀ। ਉਹ ਸਾਰਿਆਂ ਨੂੰ ਹੀ ਮੰਨਦੇ ਸੀ। ਜੈਨ ਧਰਮ, ਬੁੱਧ ਧਰਮ, ਇਸਲਾਮ ਧਰਮ ਸਾਰਿਆਂ ਦੀ ਹੀ ਸਰਪ੍ਰਸਤੀ ਕਰਦੇ ਸਨ। ਫਿਰ ਹੈ ਸਮਾਜ ਬਾਰੇ। ਇਹ ਚੀਜ਼ ਆਪਾਂ ਸਾਰੇ ਇਤਿਹਾਸ ਦੇ ਵਿੱਚ ਪੜਾਂਗੇ ਕਿ ਸਮਾਜ ਬਾਰੇ ਦੱਸਿਆ ਹੋਊਗਾ। ਜਿੱਥੇ ਉਹਦੇ ਲੋਕ ਖੁਸ਼ ਹੋਣਗੇ ਉੱਥੋਂ ਦਾ ਸਮਾਜ ਵਧੀਆ ਹੋਊਗਾ। ਜਿੱਥੇ ਉਹਨਾਂ ਨੂੰ ਤੰਗ ਕੀਤਾ ਜਾਊਗਾ ਉੱਥੇ ਸਮਾਜ ਕੁਰੀਤੀਆਂ ਵੀ ਪਾਈਆਂ ਜਾਣਗੀਆਂ। ਦੇਖੋ ਜਿਵੇਂ ਇਹਦੇ ਵਿੱਚ ਆਪਾਂ ਕਰਾਂਗੇ ਸਮਾਜ, ਧਰਮ ਅਤੇ ਆਰਥਿਕ ਵਿਵਸਥਾ ਬਾਰੇ, ਤੇ ਬਹੁਤ ਸੌਖੇ ਕੁਐਸਚਨਸ ਹੁੰਦੇ ਆ ਇਹ ਜਿਹੜੇ ਇਹਨਾਂ ਤਿੰਨਾਂ ਦੇ ਬਣਦੇ ਆ ਕਿਉਂਕਿ ਕਾਮਨ ਚੀਜ਼ਾਂ ਹੀ ਹੁੰਦੀਆਂ ਇਹਨਾਂ ਵਿੱਚ। ਪਰ ਮੱਧਕਾਲੀਨ ਯੁੱਗ ਵਿੱਚ ਆਪਾਂ ਨੂੰ ਇਹ ਗੱਲ ਦੱਸੀ ਗਈ ਹੈ ਕਿ ਜੋ ਸਮਾਜ ਹੈ ਜਾਤੀ ਪ੍ਰਥਾ ਦੇ ਵਿੱਚ ਵੰਡਿਆ ਹੋਇਆ ਸੀ। ਸਮਾਜ 4 ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ ਜੋ ਸੀ ਬ੍ਰਾਹਮਣ, ਖੱਤਰੀਆ, ਵੈਸ਼ ਤੇ ਸ਼ੂਦਰ। ਪਰੰਤੂ ਸਮਾਜ ਅੱਗੇ ਵੀ ਬਹੁਤ ਸਾਰੀਆਂ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। ਸਮਾਜ ਵਿੱਚ ਬ੍ਰਾਹਮਣਾਂ ਦਾ ਬਹੁਤ ਆਦਰ ਕੀਤਾ ਜਾਂਦਾ ਸੀ। ਆਪਾਂ ਪਹਿਲਾਂ ਵੀ ਪੜ੍ਹੀ ਹੈ ਇਹ ਚੀਜ਼ ਕਿਉਂਕਿ ਉਹ ਧਾਰਮਿਕ ਕਰਮਾਂ ਨੂੰ ਪੂਰਾ ਕਰਦੇ ਸਨ। ਖੱਤਰੀ ਲੋਕ ਰਾਜਾ ਤੇ ਸਿਪਾਹੀ ਬਣਦੇ ਸੀ ਤੇ ਯੁੱਧ ਵਿੱਚ ਸਾਥ ਦਿੰਦੇ ਸਨ। ਵੈਸ਼ ਵਪਾਰ ਕਰਦੇ ਸਨ ਤੇ ਸਮਾਜ ਵਿੱਚ ਸ਼ੂਦਰਾਂ ਦੀ ਬਹੁਤ ਹੀ ਮਾੜੀ ਸਿਚੁਏਸ਼ਨ ਸੀ। ਉਹਨਾਂ ਤੋਂ ਮਲੀਨ ਕੰਮ ਕਰਵਾਏ ਜਾਂਦੇ ਸਨ। ਮੱਧਕਾਲੀਨ ਯੁੱਗ ਦੌਰਾਨ ਅੱਜ ਕੱਲ ਵਾਂਗ ਇਸਤਰੀਆਂ ਦਾ ਵੀ ਖਾਸ ਸਤਿਕਾਰ ਕੀਤਾ ਜਾਂਦਾ ਸੀ। ਉੱਚ ਸਿੱਖਿਆ ਦਿੱਤੀ ਜਾਂਦੀ ਸੀ। ਰਸਮ ਰਿਵਾਜ ਵੀ ਬਹੁਤ ਵਧੀਆ ਸਨ ਤੇ ਇੱਛਾ ਅਨੁਸਾਰ ਪਤੀ ਵੀ ਚੁਣ ਸਕਦੀਆਂ ਸਨ। ਇਹ ਵਧੀਆ ਚੀਜ਼ ਹੈ। ਮਾੜਾ ਕੀ ਸੀ ਕਿ ਜਾਤ ਪ੍ਰਥਾ ਸੀ। ਅਗਲਾ ਹੈ ਧਰਮ। ਧਰਮ ਆਪਾਂ ਹੁਣੇ ਪੜ੍ਹ ਕੇ ਹੀ ਹਟੇ ਹਾਂ। ਜਿਹੜੇ ਪ੍ਰਫੁੱਲਤ ਧਰਮ ਸੀ ਜ਼ਿਆਦਾ ਮੰਨੇ ਜਾਂਦੇ ਸੀ। ਜੈਨ ਧਰਮ, ਬੁੱਧ ਧਰਮ, ਹਿੰਦੂ ਧਰਮ, ਇਹ ਜਿਹੜੇ ਧਰਮ ਸੀ ਇਹਨਾਂ ਨੂੰ ਲੋਕ ਮੰਨਦੇ ਸਨ। ਮੱਧਕਾਲੀਨ ਯੁੱਗ ਦੌਰਾਨ ਉੱਤਰੀ ਭਾਰਤ ਵਿੱਚ ਸ਼ੈਵ ਅਤੇ ਵੈਸ਼ਨਵ ਧਰਮ ਬਹੁਤ ਪ੍ਰਸਿੱਧ ਸਨ। ਲੋਕ ਵਿਸ਼ਨੂੰ, ਸ਼ਿਵ ਅਤੇ ਸ਼ਕਤੀ ਆਦਿ ਦੀ ਪੂਜਾ ਕਰਦੇ ਸਨ। ਉਹ ਵਿਸ਼ਨੂੰ ਦੇ 10 ਅਵਤਾਰਾਂ ਦੀ ਵੀ ਪੂਜਾ ਕਰਦੇ ਸਨ। ਇਸ ਲਈ ਇਸ ਸਮੇਂ ਦੌਰਾਨ ਭਾਰਤ ਦੇ ਉੱਤਰੀ ਅਤੇ ਦੱਖਣੀ ਭਾਗਾਂ ਵਿੱਚ ਭਗਤੀ ਲਹਿਰ ਬਹੁਤ ਪ੍ਰਸਿੱਧ ਹੋਈ। ਸ਼੍ਰੀ ਗੁਰੂ ਨਾਨਕ ਦੇਵ ਜੀ, ਰਾਮਾਨੁਜ, ਮਾਧਵ ਨੇ ਈਸ਼ਵਰ ਦੀ ਭਗਤੀ ਕੀਤੀ। ਰੱਬ ਤੇ ਕਿਹਾ ਕਿ ਰੱਬ ਦਾ ਵਿਸ਼ਵਾਸ ਕਰੋ, ਖੁੱਲੇ ਦਿਲ ਨਾਲ, ਸਾਫ਼ ਦਿਲ ਨਾਲ ਰੱਬ ਦੀ ਪੂਜਾ ਕਰੋ, ਮੁਕਤੀ ਜ਼ਰੂਰ ਮਿਲਦੀ ਹੈ। ਜਾਤੀ ਤੇ ਵਰਗ ਦੀ ਭਿੰਨਤਾ ਦੇ ਵਿਰੁੱਧ ਸਨ। ਉਹ ਮੰਨਦੇ ਨਹੀਂ ਸੀ ਜਾਤ ਪਾਤ ਨੂੰ, ਉਹ ਸਾਰਿਆਂ ਨੂੰ ਬਰਾਬਰ ਮੰਨਦੇ ਸੀ ਤੇ ਇਸੇ ਚੀਜ਼ ਦੀ ਸਿੱਖਿਆਵਾਂ ਵੀ ਦਿੰਦੇ। ਅੱਗੇ ਹੈ ਆਰਥਿਕ ਦਸ਼ਾ।
ਮੱਧਕਾਲੀਨ ਯੁੱਗ ਦੌਰਾਨ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਇਸ ਸਮੇਂ ਦੌਰਾਨ ਭਾਰਤੀ ਵਪਾਰ ਅਤੇ ਵਣਜ ਦਾ ਵੀ ਬਹੁਤ ਵਿਕਾਸ ਹੋਇਆ। ਇਸ ਲਈ ਭਾਰਤ ਬਾਹਰਲੇ ਦੇਸ਼ਾਂ ਵਿੱਚ ਕੀਮਤੀ ਪੱਥਰ, ਮਸਾਲੇ, ਸਿਲਕ, ਊਨੀ ਅਤੇ ਸੂਤੀ ਕੱਪੜੇ, ਚੰਦਨ ਦੀ ਲੱਕੜੀ, ਸਬਜ਼ੀਆਂ ਅਤੇ ਨਾਰੀਅਲ ਆਦਿ ਭੇਜਦਾ ਸੀ, ਜਦ ਕਿ ਮੱਧ ਏਸ਼ੀਆ ਤੋਂ ਭਾਰਤ ਵਿੱਚ ਖਜੂਰਾਂ, ਸ਼ਰਾਬ, ਘੋੜੇ ਅਤੇ ਆਦਿ ਮੰਗਾਏ ਜਾਂਦੇ ਸਨ। ਇਹ ਕੁਐਸਚਨ ਇਹ ਤਾਂ ਟਿਕ ਕਰ ਲਓ, ਆਪਾਂ ਨੂੰ ਕੁਐਸਚਨ ਆਊਗਾ। ਇਹ ਅੱਗੇ ਹੈ ਚੌਹਾਨ ਵੰਸ਼। ਯੁੱਧ ਕਰਨ ਵਾਲੇ ਰਾਜਿਆਂ ਵਿੱਚ ਚਾਹਮਾਨ ਦੀ ਵੀ ਸ਼ਾਮਲ ਸਨ, ਜੋ ਬਾਅਦ ਵਿੱਚ ਚੌਹਾਨ ਦਾ ਨਾਮ ਨਾਲ ਪ੍ਰਸਿੱਧ ਹੋਏ। ਚੌਹਾਨ ਵੰਸ਼ ਦੇ ਰਾਜੇ ਦਿੱਲੀ ਅਤੇ ਅਜਮੇਰ ਅਤੇ ਆਸ-ਪਾਸ ਦੇ ਇਲਾਕਿਆਂ ਤੇ ਰਾਜ ਕਰਦੇ ਸਨ। ਉਹਨਾਂ ਨੇ ਪੱਛਮ ਅਤੇ ਪੂਰਬ ਦਿਸ਼ਾ ਵੱਲ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹਿਆ। ਇਸ ਲਈ ਉਹਨਾਂ ਨੇ ਗੁਜਰਾਤ ਦੇ ਚਾਲੁਕਿਆਂ ਨਾਲ ਯੁੱਧ ਕੀਤਾ। ਪ੍ਰਿਥਵੀ ਰਾਜ ਚੌਹਾਨ ਇਸ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਸੀ। ਲਾਈਨ ਟਿਕ ਕਰ ਲਓ। ਉਸਨੇ 1179 ਤੋਂ 1192 ਈਸਵੀ ਤੱਕ ਰਾਜ ਕੀਤਾ। ਉਸਨੇ ਮੁਹੰਮਦ ਗੌਰੀ ਨੂੰ 1191 ਈਸਵੀ ਵਿੱਚ ਤਰਾਇਨ ਦੀ ਲੜਾਈ ਵਿੱਚ ਹਰਾਇਆ। ਲਾਈਨ ਟਿਕ ਕਰੋ। 1192 ਵਿੱਚ ਤਰਾਇਨ ਦੀ ਦੂਜੀ ਲੜਾਈ ਵਿੱਚ ਮੁਹੰਮਦ ਗੌਰੀ ਕੋਲੋਂ ਹਾਰ ਜਾਣ ਪਿੱਛੋਂ ਮਾਰਿਆ ਗਿਆ। ਮਹਿਮੂਦ ਗਜਨਵੀ। ਮੱਧਕਾਲੀਨ ਯੁੱਗ ਵਿੱਚ ਮਹਿਮੂਦ ਗਜਨਵੀ ਗਜਨੀ ਰਾਜ ਨੂੰ ਉਸ ਖੇਤਰ ਦਾ ਇੱਕ ਸ਼ਕਤੀਸ਼ਾਲੀ ਰਾਜ ਬਣਾਉਣਾ ਚਾਹੁੰਦਾ ਸੀ। ਇਸ ਲਈ ਉਸ ਨੂੰ ਇੱਕ ਵੱਡੀ ਫੌਜ ਤਿਆਰ ਕਰਨ ਲਈ ਕਾਫੀ ਧਨ ਦੀ ਜ਼ਰੂਰਤ ਸੀ ਤੇ ਧਨ ਇਕੱਠਾ ਕਰਨ ਲਈ ਭਾਰਤ ਤੇ 1001 ਤੋਂ 1025 ਤੱਕ 17 ਵਾਰ ਹਮਲੇ ਕੀਤੇ। ਫਿਰ ਆਪਾਂ ਸਿੱਧਾ ਪੜਦੇ ਹਾਂ। ਬਸ ਜੈਪਾਲ ਉੱਤੇ ਹਮਲਾ ਕੀਤਾ, ਆਨੰਦਪਾਲ ਉੱਤੇ ਹਮਲਾ, ਨਗਰਕੋਟ ਉੱਤੇ, ਥਾਣੇਸਰ ਉੱਤੇ, ਮਥੁਰਾ ਤੇ ਕਨੌਜ ਉੱਤੇ ਹਮਲਾ, ਕਾਲਿੰਜਰ ਉੱਤੇ ਹਮਲਾ ਤੇ ਸੋਮਨਾਥ ਦੇ ਮੰਦਿਰ ਉੱਤੇ ਹਮਲਾ ਕੀਤਾ। ਫਿਰ ਮੁਹੰਮਦ ਗੌਰੀ ਬਾਰੇ ਦੇਖੋ। ਅਫਗਾਨਿਸਤਾਨ ਦਾ ਇਹ ਮੁੱਖ ਸ਼ਾਸਕ ਸੀ। ਉਸਨੇ ਭਾਰਤ ਉੱਤੇ ਹਮਲਾ ਕੀਤਾ। ਲਾਈਨ ਟਿਕ ਕਰੋ, ਕਿਉਂਕਿ ਉਹ ਭਾਰਤ ਵਿੱਚ ਆਪਣਾ ਸਾਮਰਾਜ ਸਥਾਪਿਤ ਕਰਨਾ ਚਾਹੁੰਦਾ ਸੀ। ਇਸ ਲਈ 1175 ਈਸਵੀ ਵਿੱਚ ਉਸਨੇ ਮੁਲਤਾਨ ਤੇ ਹਮਲਾ ਕੀਤਾ ਤੇ ਕਬਜ਼ਾ ਕਰ ਲਿਆ। ਫਿਰ ਉਸਨੇ 1178 ਈਸਵੀ ਵਿੱਚ ਗੁਜਰਾਤ ਤੇ ਹਮਲਾ ਕੀਤਾ। ਉੱਥੇ ਦੇ ਸ਼ਾਸਕ ਭੀਮਦੇਵ ਨੇ ਉਸਨੂੰ ਕਰਾਰੀ ਹਾਰ ਦਿੱਤੀ। ਇਸ ਤੋਂ ਬਾਅਦ ਮੁਹੰਮਦ ਗੌਰੀ ਨੇ ਪਿਸ਼ਾਵਰ ਅਤੇ ਸਿਆਲਕੋਟ ਅਤੇ ਪੰਜਾਬ ਤੇ ਜਿੱਤ ਪ੍ਰਾਪਤ ਕੀਤੀ। ਮੁਹੰਮਦ ਗੌਰੀ ਨੇ ਦਿੱਲੀ ਅਤੇ ਅਜਮੇਰ ਦੇ ਸ਼ਾਸਕ ਪ੍ਰਿਥਵੀ ਰਾਜ ਚੌਹਾਨ ਤੇ ਵੀ ਹਮਲਾ ਕੀਤਾ ਤੇ ਦੋਹਾਂ ਵਿਚਕਾਰ ਤਰਾਇਨ ਦੇ ਮੈਦਾਨ ਵਿੱਚ ਭਿਆਨਕ ਲੜਾਈ ਹੋਈ। ਇਸ ਲੜਾਈ ਵਿੱਚ ਮੁਹੰਮਦ ਗੌਰੀ ਹਾਰ ਗਿਆ ਅਤੇ ਉਹ 1192 ਈਸਵੀ ਵਿੱਚ ਇੱਕ ਵੱਡੀ ਫੌਜ ਸਮੇਤ ਆਇਆ ਅਤੇ ਪ੍ਰਿਥਵੀ ਰਾਜ ਚੌਹਾਨ ਨੂੰ ਤਰਾਇਨ ਦੀ ਦੂਜੀ ਲੜਾਈ ਵਿੱਚ ਹਰਾ ਦਿੱਤਾ। 1194 ਈਸਵੀ ਵਿੱਚ ਮੁਹੰਮਦ ਗੌਰੀ ਨੇ ਕਨੌਜ ਦੇ ਰਾਜਾ ਜੈਚੰਦ ਨੂੰ ਚੰਦਵਾੜਾ ਦੀ ਲੜਾਈ ਵਿੱਚ ਹਰਾ ਦਿੱਤਾ। ਬਾਅਦ ਵਿੱਚ ਉਸ ਦੀ ਫੌਜ ਨੇ ਸਾਰਾ ਗੰਗਾ ਤੇ ਜਮਨਾ ਦੁਆਬ ਤੇ ਕਬਜ਼ਾ ਕਰ ਲਿਆ। ਜਲਦੀ ਹੀ ਉਸਨੇ ਭਾਰਤ ਵਿੱਚ ਇੱਕ ਵਿਸ਼ਾਲ ਤੁਰਕ ਸਾਮਰਾਜ ਦਾ ਸਥਾਪਨਾ ਕਰ ਦਿੱਤੀ। ਇਹ ਹੈ ਤੁਹਾਡਾ ਚੈਪਟਰ। ਥੈਂਕ ਯੂ ਬੇਟਾ।